हाँ जी, ਪਹਿਲਾਂ ਤਾਂ ਸਾਰੇ ਪੇਰੈਂਟਸ ਨੂੰ ਸਾਰੇ ਬੱਚਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨਾ ਐਂਡ ਲੋਟਸ ਆਫ ਗੁੱਡ ਵਿਸ਼ੇਸ ਫॉर द ਨਿਊ ਸੈਸ਼ਨ ਐਂਡ ਹੋਪ ਇਸ ਸੈਸ਼ਨ 'ਚ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ। ਜਿਹੜੀਆਂ ਵੀ ਪ੍ਰੋਬਲਮਸ ਹੈਗੀਆਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਸੋਲਵ ਕਰ ਲਈਏ ਐਂਡ ਜਿਹੜੀ ਵੀ ਪ੍ਰੋਬਲਮ ਕਿਸੇ ਪੇਰੈਂਟ ਨੂੰ ਆਉਂਦੀ ਹੈ ਧਰਨਾ ਲਾ ਕੇ ਜਾਂ ਐਜੀਟੇਸ਼ਨ ਕਰਕੇ ਇਜ਼ ਨਾਟ ਅ ਸੋਲਿਊਸ਼ਨ। ਪੇਰੈਂਟਸ ਮੇਰੇ ਕੋਲ ਆਉਣ 1 ਬਾय 1 ਆਪਣੀਆਂ ਪ੍ਰੋਬਲਮਸ ਰੱਖਣ, ਆਪਣੀ ਐਪਲੀਕੇਸ਼ਨ ਇੱਥੇ ਦੇ ਦੇਣ, ਉਸ ਐਪਲੀਕੇਸ਼ਨ ਦੇ ਅਕੋਰਡਿੰਗਲੀ ਵਿਦਿਨ 1 ਡੇ ਅਸੀਂ ਐਕਸ਼ਨ ਲਵਾਂਗੇ ਐਂਡ ਵੀ ਵਿਲ ਵੈਰੀਫਾਈ ਦ ਫੈਕਟਸ। ਇਨਫੈਕਟ ਮੈਂ ਪੇਰੈਂਟਸ ਨੂੰ ਇਹ ਵੀ ਕਿਹਾ ਸੀਗਾ, ਪਿਛਲੀ 31 ਤਰੀਕ ਨੂੰ ਪੇਰੈਂਟਸ ਇਕੱਠੇ ਹੋ ਕੇ ਆਏ ਸੀ, 35-40 ਪੇਰੈਂਟਸ ਸੀਗੇ ਸਕੂਲ ਦੇ ਵਿੱਚ। ਇਹ 5-6 ਵਾਰੀ ਆ ਚੁੱਕੇ ਨੇ ਐਂਡ ਜਦ ਹਰ ਵਾਰੀ ਇਹਨਾਂ ਨੂੰ ਦੱਸਿਆ ਜਾਂਦਾ ਹੈ, ਹਰ ਵਾਰੀ ਇਹਨਾਂ ਦੀ ਪ੍ਰੋਬਲਮ ਸੋਲਵ ਕੀਤੀ ਜਾਂਦੀ ਹੈ। ਬਿਕੋਜ਼ ਪਹਿਲੀ ਵਾਰ ਜਦੋਂ ਆਏ ਸੀ ਸੈਪਟੈਂਬਰ ਵਿੱਚ, ਸੈਪਟੈਂਬਰ ਤੋਂ ਲੈ ਕੇ ਮਾਰਚ ਤੱਕ 5-6 ਵਾਰੀ ਆ ਚੁੱਕੇ ਨੇ ਔਰ ਜਦੋਂ ਵੀ ਆਉਂਦੇ ਨੇ ਮੈਂ ਹਮੇਸ਼ਾ ਅਵੇਲੇਬਲ ਹੁੰਦੀ ਹਾਂ ਔਰ ਹਮੇਸ਼ਾ ਇਹਨਾਂ ਦੀ ਪ੍ਰੋਬਲਮ ਸੋਲਵ ਕਰਦੀ ਹਾਂ। ਪਹਿਲੀ ਵਾਰ ਜਦੋਂ ਇਹ ਆਏ ਸੀ ਇਹਨਾਂ ਦੀ ਪ੍ਰੋਬਲਮ ਸੀ ਵੀ ਅਸੀਂ ਫੀਸਾਂ ਨਹੀਂ ਦੇ ਸਕਦੇ, ਅਸੀਂ ਐਨੂਅਲ ਚਾਰਜਸ ਨਹੀਂ ਦੇਣੇ। ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਨਾ ਦਿਓ। ਪਰ ਕਈ ਪੇਰੈਂਟਸ ਐਸੇ ਸੀ ਜਿਨ੍ਹਾਂ ਨੇ ਸਕੂਲ ਸ਼ੁਰੂ ਹੋਏ ਨੂੰ 5 ਮਹੀਨੇ ਹੋ ਚੁੱਕੇ ਸੀ, ਕਈਆਂ ਨੇ ਫੀਸਿਸ ਨਹੀਂ ਸੀ ਪੂਰੀਆਂ 5 ਮਹੀਨੇ ਦੀਆਂ ਦਿੱਤੀਆਂ। ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਸਕੂਲ ਚਲਾਉਣ ਵਿੱਚ ਮੁਸ਼ਕਿਲ ਆ ਰਹੀ ਆ, ਮੈਂ ਤੁਹਾਤੋਂ ਹੈਲਪ ਮੰਗ ਰਹੀ ਹਾਂ ਕਿ ਤੁਸੀਂ ਜੇ ਫੀਸ ਦਿਓਗੇ ਤਾਂ ਅਸੀਂ ਆਪਣੇ ਸਟਾਫ ਨੂੰ ਦੇਵਾਂਗੇ। ਬਿਕੋਜ਼ ਅਸੀਂ ਆਪਣੇ ਸਟਾਫ ਨੂੰ ਫੁੱਲ 100% ਸੈਲਰੀਜ਼ ਦੇ ਰਹੇ ਹਾਂ, ਵੈਦਰ ਉਹ ਟੀਚਿੰਗ ਸਟਾਫ ਹੈ ਜਾਂ ਨਾਨ ਟੀਚਿੰਗ ਸਟਾਫ ਹੈ, ਚਾਹੇ ਉਹ ਕਲਾਸ 4 ਇੰਪਲੋਇਜ਼ ਹੈ, ਚਾਹੇ ਉਹ ਬੱਸਾਂ ਦੇ ਡਰਾਈਵਰ ਜਾਂ ਕੰਡਕਟਰ ਨੇ। ਬੱਸਿਸ ਵੀ ਖੜੀਆਂ ਨੇ, ਤੁਹਾਨੂੰ ਪਤਾ ਹੈ ਸਾਡੇ ਕੋਲ 24 ਬੱਸਿਸ ਨੇ, 24 ਡਰਾਈਵਰ ਅਤੇ 24 ਕੰਡਕਟਰ, ਉਹਨਾਂ ਨੂੰ ਪੂਰੀ ਫੀਸ ਉਹਨਾਂ ਦੀ ਸੈਲਰੀਜ਼ ਦੇ ਰਹੇ। ਜਿਹੜੇ ਸਫਾਈ ਕਰਮਚਾਰੀ ਨੇ, ਜਿੰਨੇ ਵੀ ਸਫਾਈ ਕਰਮਚਾਰੀ ਹੈ, ਤੁਸੀਂ ਜਦੋਂ ਮਰਜ਼ੀ ਸਕੂਲ 'ਚ ਆ ਜਾਓ, ਉਹ ਆਪਣਾ ਕੰਮ ਕਰ ਰਹੇ। ਜੇ ਸਕੂਲ ਖੁੱਲ੍ਹਾ ਆ ਤਾਂ ਕਰ ਰਹੇ ਨੇ, ਬੰਦ ਹੈ ਤਾਂ ਕਈ ਵਾਰ ਬੰਦ 'ਤੇ ਵੀ ਉਹਨਾਂ ਨੂੰ ਬੁਲਾਇਆ ਜਾਂਦਾ ਕਿ ਸਕੂਲ ਦੀ ਸਫਾਈ ਕਰੋ। ਜੇ ਜਿਸ ਦਿਨ ਛੁੱਟੀ ਹੁੰਦੀ ਉਹਨਾਂ ਨੂੰ ਛੁੱਟੀ ਦੇ ਵੀ ਪੈਸੇ ਦਿੱਤੇ ਜਾਂਦੇ ਆ। ਜਿਸ ਤਰ੍ਹਾਂ ਜਦੋਂ ਹਿਦਾਇਤਾਂ ਸਰਕਾਰ ਦੀਆਂ ਆਉਂਦੀਆਂ ਨੇ ਕਿ ਸਕੂਲ ਬੰਦ ਹੋ ਜਾਣ, ਲੋਕਡਾਊਨ ਹੈ, ਅਸੀਂ ਵੀ ਗੋ ਟੋਟਲੀ ਅਕੋਰਡਿੰਗ ਟੂ ਦ ਗਵਰਨਮੈਂਟ ਆਫ ਪੰਜਾਬ, ਗਵਰਨਮੈਂਟ ਆਫ ਇੰਡੀਆ। ਅਸੀਂ ਆਪਣੇ ਮਨਮਰਜ਼ੀ ਨਾਲ ਕੁਛ ਵੀ ਨਹੀਂ ਕਰਦੇ, ਅਸੀਂ ਸਰਕਾਰ ਦੇ ਪੂਰੀ ਨੋਟੀਫਿਕੇਸ਼ਨ ਦੇ ਅਕੋਰਡਿੰਗਲੀ ਵੀ ਐਕਟ। ਐਂਡ ਇੱਥੇ ਸਕੂਲ ਦੇ ਵਿੱਚ ਕੋਈ ਵੀ 2 ਨੰਬਰੀ ਕੰਮ ਨਹੀਂ ਹੈ, ਐਵਰੀਥਿੰਗ ਇਜ਼ ਇਨ ਬਲੈਕ ਐਂਡ ਵਾਈਟ, ਸਾਰੇ ਡਾਕੂਮੈਂਟਸ ਮੇਨਟੇਨਡ ਨੇ। ਕੋਈ ਵੀ ਜਦੋਂ ਵੀ ਸਰਕਾਰੀ ਅਫਸਰ ਆ ਕੇ ਇੱਥੇ ਜਦੋਂ ਮਰਜ਼ੀ ਛਾਪਾ ਮਾਰ ਲਏ, ਜਦੋਂ ਮਰਜ਼ੀ ਦੇਖ ਲਵੇ, ਸਾਡੇ ਕੋਲ ਐਵਰੀਥਿੰਗ ਇਜ਼ ਰੈਡੀ। ਐਂਡ ਜਿਹੜੀ ਪੇਰੈਂਟਸ ਦੀ ਰੋਸ਼ ਹੈਗਾ ਆ, ਪੇਰੈਂਟਸ ਨੇ ਜਦੋਂ ਪਹਿਲੀ ਵਾਰ ਰੋਸ਼ ਪ੍ਰਗਟ ਕੀਤਾ, ਉਹਨਾਂ ਦੀ ਇਹ ਸੀ ਕਿ ਅਸੀਂ ਐਨੂਅਲ ਚਾਰਜਸ ਨਹੀਂ ਦੇਣੇ। ਅਸੀਂ ਕਿਹਾ ਤੁਸੀਂ ਕੋਈ ਗੱਲ ਨਹੀਂ, ਤੁਸੀਂ ਜਿੰਨਾ ਜੋ ਦੇ ਸਕਦੇ ਆ, ਕਿਸੇ ਕੋਲ 100 ਰੁਪਏ ਆਇਆ, 1000 ਰੁਪਏ ਆਇਆ, 500, ਜਿੰਨਾ ਦੇ ਸਕਦੇ ਉਨਾ ਦਿਓ, ਅਸੀਂ ਪ੍ਰੈਸ਼ਰਾਈਜ਼ ਨਹੀਂ ਕਰਦੇ। ਬਟ ਤੁਸੀਂ ਜਿੰਨੀ ਤੁਹਾਡੀ ਹੈਸੀਅਤ ਹੈਗੀ ਜਾਂ ਜਿੰਨਾ ਤੁਸੀਂ ਈਜ਼ੀਲੀ ਦੇ ਸਕਦੇ ਆ ਉਨਾ ਦਿਓ, ਬਿਕੋਜ਼ ਸਾਨੂੰ ਸਕੂਲ ਚਲਾਉਣਾ ਮੁਸ਼ਕਿਲ ਹੋ ਰਿਹਾ। ਕਾਫੀ ਪੇਰੈਂਟਸ ਨੇ ਦੇ ਦਿੱਤਾ ਸੀ। ਉਸ ਤੋਂ ਬਾਅਦ ਫਿਰ ਮਹੀਨੇ 2 ਮਹੀਨੇ ਬਾਅਦ ਫਿਰ ਆ ਗਏ ਅਸੀਂ ਐਨੂਅਲ ਚਾਰਜਸ ਦੇਣੇ। ਦੈਨ ਆਈ ਸੈਡ ਕਿ ਮੈਮ ਤੁਸੀਂ ਐਨੂਅਲ ਚਾਰਜਸ ਕਿਉਂ ਮੰਗ ਰਹੇ? ਮੈਂ ਕਿਹਾ ਮੈਂ ਐਨੂਅਲ ਚਾਰਜਸ ਨਹੀਂ ਮੰਗ ਰਹੀ, ਅਸੀਂ ਸਾਰਾ ਕੁਝ ਕੋਰਟ ਦੇ ਅਕੋਰਡਿੰਗਲੀ ਕਰਾਂਗੇ। ਬਿਕੋਜ਼ ਦ ਕੋਰਟ ਸਕੂਲ ਮੈਨੇਜਮੈਂਟਸ ਆਲਸੋ ਹੈਵ ਟੇਕਨ ਦਿਸ ਟੂ ਦ ਹਾਈ ਕੋਰਟ। ਜੋ ਹਾਈ ਕੋਰਟ ਦਾ ਫੈਸਲਾ ਹੋਏਗਾ ਅਸੀਂ ਉਹੀ ਦੱਸਾਂਗੇ। ਜੇ ਹਾਈ ਕੋਰਟ ਕਹੇਗੀ ਵੀ 10% ਲੈ ਲਓ, ਅਸੀਂ 10% ਲੈ ਲਾਂਗੇ। ਹਾਈ ਕੋਰਟ ਕਹੇਗੀ ਇੰਨੇ % ਲੈ ਲਓ, ਅਸੀਂ ਇੰਨੇ % ਲੈ ਲਾਂਗੇ। ਉਹਦੇ ਵਿੱਚ ਫਿਰ ਹਾਈ ਕੋਰਟ ਦਾ ਫੈਸਲਾ ਆਇਆ ਕਿ 70% ਲੈ ਲਓ। ਅਸੀਂ ਕਿਹਾ 70% ਦੇ ਲਈ ਪੇਰੈਂਟਸ ਨੂੰ ਨੋਟੀਫਾਈ ਕਰਤਾ, ਬਟ ਪੇਰੈਂਟਸ ਫਿਰ ਐਜੀਟੇਟ ਹੋ ਗਏ। ਅਸੀਂ ਤਾਂ ਦੇਣੇ ਹੀ ਨਹੀਂ ਆ, ਸਾਡੇ ਕੋਲ ਤਾਂ ਹੈ ਹੀ ਨਹੀਂ ਪੈਸੇ, ਸਾਡੇ ਕੋਲ ਕਰੋਨਾ ਆ, ਸਾਡੀਆਂ ਮਤਲਬ ਵਾਟ ਐਵਰ ਪ੍ਰੋਬਲਮਸ ਹੁੰਦੇ ਆ। ਆਈ ਸੈਡ ਜਿਹੜੀਆਂ ਪ੍ਰੋਬਲਮਸ ਹੈ ਸਿੰਪੈਥੈਟਿਕਲੀ ਅਸੀਂ ਉਹਨਾਂ ਨੂੰ ਦੇਖਾਂਗੇ, ਜ਼ਬਰਦਸਤੀ ਕਿਸੇ ਦੀ ਨਹੀਂ ਹੈ। ਬਟ ਉਹਨਾਂ ਦਾ ਕੰਡੀਸ਼ਨ ਇਹ ਸੀ ਕਿ ਸਾਰਿਆਂ ਦੇ ਐਨੂਅਲ ਚਾਰਜਸ ਮਾਫ ਕੀਤੇ ਜਾਣ। ਸਾਰਿਆਂ ਦੇ ਐਨੂਅਲ ਚਾਰਜਸ ਮਾਫ ਨਹੀਂ ਹੋ ਸਕਦੇ। ਮੇਰੀ ਹੱਥ ਜੋੜ ਕੇ ਇਹੀ ਰਿਕੁਐਸਟ ਹੈ, ਬਿਕੋਜ਼ ਦੈਨ ਇਟ ਬਿਕਮਸ ਵੈਰੀ ਡਿਫਿਕਲਟ ਫॉर द ਫੰਕਸ਼ਨਿੰਗ ਆਫ ਦ ਸਕੂਲ। ਸਕੂਲ ਫੰਕਸ਼ਨ ਨਹੀਂ ਕਰ ਸਕੇਗਾ, ਅਸੀਂ ਤਨਖਾਹਾਂ ਨਹੀਂ ਦੇ ਸਕਾਂਗੇ। ਬਿਕੋਜ਼ ਸਾਡੀ ਫੀਸ ਸਟਰਕਚਰ ਇੰਨੀ ਕੁ ਨੋਮੀਨਲ ਹੈਗੀ ਕਿ ਇਸ ਫੀਸ ਸਟਰਕਚਰ ਵਿੱਚ ਹੀ ਸਾਡੇ ਖਰਚੇ ਪੂਰੇ ਹੁੰਦੇ ਨੇ। ਚਾਹੇ ਉਹ ਅਸੀਂ ਅਲੱਗ-ਅਲੱਗ ਡਿਵੀਜ਼ਨਸ ਕੀਤੀਆਂ ਹੋਈਆਂ ਨੇ, ਕੰਪਿਊਟਰ ਫੀਸ ਜਾਂ ਐਨੂਅਲ ਚਾਰਜਸ ਜਾਂ ਟਿਊਸ਼ਨ ਫੀਸ ਜਾਂ ਜਿੰਨੀ ਵੀ ਹੈ, ਉਹ ਅਲੱਗ-ਅਲੱਗ ਈਜ਼ੀ ਕਰਨ ਲਈ ਪੇਰੈਂਟਸ ਨੇ ਕੀਤਾ ਸੀ। ਟੋਟਲ ਫੀਸ ਜਿੰਨੀ ਹੈਗੀ ਉਹਦੇ ਨਾਲ ਸਾਡਾ ਪੂਰੀ ਬੈਲੈਂਸ ਸ਼ੀਟ ਜਿਹੜੀ ਆ ਇਟ ਇਜ਼ ਬੈਲੈਂਸਡ। ਉਹਦੇ ਵਿੱਚੋਂ ਜੇ ਕੋਈ ਚੀਜ਼ ਮਿਸਿੰਗ ਹੁੰਦੀ ਹੈ ਵੀ ਆਰ ਨਾਟ ਏਬਲ ਟੂ ਫੰਕਸ਼ਨ। ਹੁਣ ਅਸੀਂ ਇਸ ਸਾਲ ਤੋਂ ਕੀ ਕਰਤਾ, ਜਿਹੜੀ ਟੋਟਲ ਫੀਸ ਸੀ ਪਿਛਲੇ ਸਾਲ ਦੀ, ਉਹਨੂੰ ਜਿਹੜਾ ਹੈ 12 ਇੰਸਟਾਲਮੈਂਟਸ ਵਿੱਚ ਬਣਾਤਾ। ਬਿਕੋਜ਼ ਕੁਝ ਪੇਰੈਂਟਸ ਕਹਿ ਰਹੇ ਸੀ ਕਿ ਇਕੱਠੀ ਫੀਸ ਅਸੀਂ ਨਹੀਂ ਦੇ ਸਕਦੇ ਅਤੇ ਸਾਨੂੰ ਜੇ ਥੋੜ੍ਹੀ ਥੋੜ੍ਹੀ ਅਸੀਂ ਹਰ ਮਹੀਨੇ ਦੇ ਦਈਏ ਈਜ਼ੀ ਹੋ ਜਾਂਦਾ। ਮੈਂ ਕਿਹਾ ਚਲੋ ਠੀਕ ਹੈ। ਅਸੀਂ ਹੁਣ ਕਿਸੇ ਪੇਰੈਂਟ ਨੂੰ ਕੋਈ ਫੋਨ ਨਹੀਂ ਕਰਨਾ, ਬਿਕੋਜ਼ ਜਦੋਂ ਫੋਨ ਕਰਦੇ ਹਾਂ ਫਿਰ ਪ੍ਰੋਬਲਮ ਹੋ ਜਾਂਦੀ ਹੈ। ਨੋਬਡੀ, ਬਿਕੋਜ਼ ਉਹ ਕੰਮ ਟੀਚਰਸ ਦਾ ਨਹੀਂ ਹੈਗਾ। ਫੋਨ ਕਰਨਾ ਕਿ ਟੀਚਰਸ ਦਾ ਕੰਮ ਹੈਗਾ ਪੜ੍ਹਾਉਣਾ, ਫੀਸ ਦੇਣਾ ਹੈਗਾ ਕੰਮ ਪੇਰੈਂਟਸ ਦਾ। ਦੈਟ ਇਜ਼ ਦੇਅਰ ਰਿਸਪੋਂਸਿਬਿਲਿਟੀ। ਜਦੋਂ ਕੋਈ ਵੀ ਸਰਵਿਸ ਲੈਣੀ ਹੈ, ਸਰਵਿਸ ਦੇ ਬਦਲੇ ਨਥਿੰਗ ਕਮਸ ਫ੍ਰੀ ਇਨ ਦਿਸ ਵਰਲਡ। ਕੋਈ ਵੀ ਸਰਵਿਸ ਜੇ ਅਸੀਂ ਲੈਣੀ ਉਹਦੇ ਬਦਲੇ ਸਾਨੂੰ ਅਮਾਊਂਟ ਦੇਣੀ ਪੈਂਦੀ ਹੈ। ਉਹ ਉਦੋਂ ਹੀ ਡਿਸਾਈਡ ਹੋ ਜਾਂਦਾ ਜਦੋਂ ਅਸੀਂ ਉਹ ਸਰਵਿਸ ਲੈਣ ਲਈ ਸਕੂਲ ਦੇ ਅੰਦਰ ਐਂਟਰ ਕਰਦੇ ਹਾਂ ਕਿ ਇਹ ਸਕੂਲ ਦੀਆਂ ਅਸੀਂ ਸਰਵਿਸਿਜ਼ ਲੈਣੀਆਂ, ਇਹ ਸਕੂਲ ਦਾ ਆਹ ਫੀਸ ਸਟਰਕਚਰ ਹੈ, ਅਕੋਰਡਿੰਗਲੀ ਵੀ ਵਿਲ ਗਿਵ।
ਅਸੀਂ ਕੋਈ ਵੀ ਨਜਾਇਜ਼ ਫੀਸ ਸਟਰਕਚਰ ਨਹੀਂ ਵਧਾਇਆ। ਫੀਸ ਸਟਰਕਚਰ ਆ ਸਾਰਿਆਂ ਦੇ ਸਾਹਮਣੇ ਹੈ। 2019 ਤੋਂ ਲੈ ਕੇ 2020 ਪਿਛਲੇ 2 ਸਾਲਾਂ 'ਚ ਕੋਈ ਫੀਸ ਸਟਰਕਚਰ ਨਹੀਂ ਵਧਾਇਆ। ਇਸ ਸਾਲ ਜਿਹੜੀ ਫੀਸ ਵਧਾਈ ਹੈ 80 ਰੁਪਏ ਤੋਂ ਲੈ ਕੇ 262 ਰੁਪਏ ਪਰ ਮੰਥ ਹੀ ਵਧੀ ਹੈ, ਉਸ ਤੋਂ ਵੱਧ ਨਹੀਂ ਵਧੀ। ਕਿਉਂਕਿ ਟੋਟਲ ਫੀਸ ਤੁਸੀਂ ਪਿਛਲੇ ਸਾਲ ਦੀ, ਹੁਣ ਜੇ ਪਿਛਲੇ ਸਾਲ ਬੱਚਾ LKG 'ਚ ਸੀ ਤੇ ਉਹਦੇ LKG ਵਿੱਚ ਈਅਰਲੀ ਫੀਸ ਜਿੰਨੀ ਵੀ ਸੀਗੀ ਉਹ 18,570 ਸੀਗੀ ਪਿਛਲੇ ਸਾਲ, ਲੇਕਿਨ ਪਿਛਲੇ ਸਾਲ UKG ਦੀ ਫੀਸ 19,000 ਸੀਗੀ। ਹੁਣ ਜਿਹੜੇ ਪਿਛਲੇ ਸਾਲ ਦਾ LKG ਦਾ ਬੱਚਾ 18,000 ਦੇ ਰਿਹਾ ਆ, ਉਹ ਇਸ ਸਾਲ UKG 'ਚ ਹੋ ਗਿਆ, ਉਹਦੀ 19,000 ਨਹੀਂ ਹੋਏਗੀ। ਹੁਣ ਇਸ ਸਾਲ ਦੀ UKG ਦੀ ਫੀਸ ਜਿੰਨੀ ਹੋਏਗੀ ਉਨੀ ਹੋਏਗੀ, ਬਿਕੋਜ਼ ਪਿਛਲੇ ਸਾਲ LKG ਦੀ ਫੀਸ 18 ਸੀਗੀ, ਇਸ ਸਾਲ LKG ਦੀ ਫੀਸ ਹੈਗੀ ਆ 20,000। ਸੋ ਦ ਡਿਫਰੈਂਸ ਇਜ਼ 18,570 ਸੀ, ਹੁਣ ਹੈ 20,400 ਪੂਰੇ ਸਾਲ ਦੀ ਫੀਸ ਇਨਕਲੂਡਿੰਗ ਐਵਰੀਥਿੰਗ। ਇਹਦੇ ਵਿੱਚ ਕੋਈ ਹੋਰ ਦੂਸਰਾ ਫੀਸ ਨਹੀਂ ਹੈ, ਟੋਟਲ ਫੀਸ ਹੈ, ਦਿਸ ਇਜ਼ ਟੋਟਲ। ਇਹ ਡਿਫਰੈਂਸ ਕਿੰਨਾ ਹੈ ਦੋਨਾਂ ਸਾਲਾਂ ਦਾ? 1830 ਰੁਪਏ ਪੂਰੇ ਸਾਲ ਦਾ। ਔਰ ਇੱਕ ਮਹੀਨੇ ਦਾ ਕਿੰਨਾ ਹੋ ਜਾਂਦਾ ਹੈ? 152 ਰੁਪੀਜ਼ 50 ਪੈਸੇ, 162 ਰੁਪਏ 152 ਰੁਪਏ 50 ਪੈਸੇ ਮਹੀਨੇ ਦਾ, ਇੰਨਾ ਹੀ ਡਿਫਰੈਂਸ ਹੈ। ਔਰ ਨਰਸਰੀ ਤੋਂ ਲੈ ਕੇ ਪ੍ਰੀ ਨਰਸਰੀ ਤੋਂ ਲੈ ਕੇ 10ਵੀਂ ਤੱਕ 80 ਰੁਪਏ ਤੋਂ ਲੈ ਕੇ 262 ਰੁਪਏ ਤੱਕ ਦਾ ਹੀ ਡਿਫਰੈਂਸ ਹੈਗਾ ਪਰ ਮੰਥ। ਇਸ ਤੋਂ ਵੱਧ ਡਿਫਰੈਂਸ ਹੈ ਨਹੀਂਗਾ। ਟੋਟਲ ਫੀਸ ਨੂੰ ਤੁਸੀਂ ਦੇਖ ਲਓ, ਉਹਨੂੰ ਡਿਵਾਈਡ। ਹਾਂ, ਜਿਹੜੇ ਪੇਰੈਂਟ ਹੁਣ ਜਿੱਦਾਂ ਫਾਰਮਰਸ ਨੇ, ਕਈ ਫਾਰਮਰਸ ਕਹਿੰਦੇ ਨੇ ਅਸੀਂ ਜੀ April ਦੇ ਵਿੱਚ ਫੀਸ ਦਿੰਨੇ ਆ ਕਿਉਂਕਿ ਸਾਡੀ ਉਦੋਂ ਫਸਲ ਪੱਕ ਕੇ ਮੰਡੀ 'ਚ ਜਾਣੀ ਹੁੰਦੀ, ਸਾਨੂੰ ਪੈਸੇ ਆਣੇ ਹੁੰਦੇ, ਤੁਸੀਂ ਸਾਡੇ ਤੋਂ ਸਾਰੀ ਫੀਸ ਲੈ ਲਓ। ਉਹ ਸਾਰੀ ਫੀਸ ਦੇ ਦੇਣ, ਇੱਦਾਂ ਦਾ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈ। ਜਿੱਦਾਂ ਪੇਰੈਂਟਸ ਨੂੰ ਸਹੂਲਤ ਹੈ ਉਸੇ ਤਰੀਕੇ ਨਾਲ ਅਸੀਂ ਤਾਂ ਰੈਡੀ ਹਾਂ। ਬਟ ਹੁਣ ਪੇਰੈਂਟਸ ਨੇ ਇੱਕ ਗੱਲ ਸਿਖਾਤੀ ਹੈ ਕਿ ਕੋਈ ਵੀ ਚੀਜ਼ ਦੀ ਜਿਹੜੀ ਥੋੜ੍ਹੀ ਜਿਹੀ ਸਖਤੀ ਹੁੰਦੀ ਨਾ, ਇਟ ਇਜ਼ ਇੰਪੋਰਟੈਂਟ, ਬਿਕੋਜ਼ ਉਸ ਤੋਂ ਬਗੈਰ ਵੀ ਡੋਂਟ ਫੰਕਸ਼ਨ। ਸਖਤੀ ਇੰਨੀ ਕੀ ਹੈ ਕਿ 10 ਤਰੀਕ ਤੱਕ ਪੇਰੈਂਟਸ ਫੀਸ ਦੇ ਦੇਣ, ਸੌਫਟਵੇਅਰ ਚੱਕੇਗਾ, ਉਸ ਤੋਂ ਬਾਅਦ ਸੌਫਟਵੇਅਰ ਚੱਕਣਾ ਬੰਦ ਕਰ ਦੇਗਾ, ਫਿਰ ਪਰ ਡੇ ਦੇ ਹਿਸਾਬ ਨਾਲ 50 ਰੁਪਏ ਫਾਈਨ ਲੱਗੇਗਾ। ਅਸੀਂ ਫਾਈਨ ਕਲੈਕਸ਼ਨ ਦੇ ਵਿੱਚ ਹੱਕ 'ਚ ਨਹੀਂ ਹੈਗੇ। ਵੀ ਡੋਂਟ ਵਾਂਟ। 10 ਸਾਲ ਹੋ ਗਏ ਪਿਛਲੇ, ਅਸੀਂ ਇੱਕ ਵੀ ਫਾਈਨ ਨਹੀਂ ਲਿਆ ਕਦੇ, ਚਾਹੇ ਬੱਚਾ 6 ਮਹੀਨੇ ਲੇਟ ਹੈ, ਸਾਲ ਲੇਟ ਹੈ, ਅਸੀਂ ਇੱਕ ਵੀ ਫਾਈਨ ਨਹੀਂ ਲਿਆ, ਨੈਵਰ ਐਵਰ। ਪਹਿਲੀ ਵਾਰ ਸਕੂਲ ਦੀ ਹਿਸਟਰੀ ਵਿੱਚ ਅਸੀਂ ਇਹ ਚੀਜ਼ ਲਾਗੂ ਕਰ ਰਹੇ ਹਾਂ, ਬਿਕੋਜ਼ ਇਹ ਸਾਨੂੰ ਪੇਰੈਂਟਸ ਨੇ ਹੀ ਸਿਖਾਈ ਹੈ ਕਿ ਜੇ ਥੋੜ੍ਹੀ ਜਿਹੀ ਜ਼ਿੰਮੇਵਾਰੀ ਅਗਲੇ 'ਤੇ ਪਾਓਗੇ ਤਾਂ ਅਗਲਾ ਜ਼ਿੰਮੇਵਾਰ ਬਣੇਗਾ। ਨਹੀਂ ਤਾਂ ਜੋ ਵੀ ਪ੍ਰੋਬਲਮ ਆ ਰਹੀ ਹੈ, ਧਰਨੇ ਐਂਡ ਐਜੀਟੇਸ਼ਨ ਐਂਡ ਉਹਨੂੰ ਪੋਲੀਟੀਸਾਈਜ਼ ਕੀਤਾ ਜਾਏ, ਰਾਜਨੀਤੀ ਨੂੰ ਵਿੱਚ ਇਨਵੋਲਵ ਕੀਤਾ ਜਾਏਗਾ। ਔਰ ਇਹਦੇ ਨਾਲ ਅਸੀਂ ਹੈਗੇ ਸਿੰਪਲ ਜੇ ਪੜ੍ਹਾਈ ਲਿਖਾਈ ਕਰਾਉਣ ਵਾਲੇ ਲੋਕ। ਮੈਮ ਇੱਥੇ ਗੱਲ ਕਲੀਅਰ, ਤੁਸੀਂ ਕਹਿੰਦੇ ਆ 152 ਜਿਹੜੇ ਤੁਸੀਂ ਪਰ ਮੰਥ ਦਾ ਕਹਿੰਦੇ ਆ, ਪਰ ਪੇਰੈਂਟਸ ਕਹਿ ਰਹੇ ਆ ਡਬਲ ਕਰਤਾ, ਜੇ 1200 ਹੋ ਗਿਆ, 2800 ਹੋ ਗਿਆ। ਟੋਟਲ ਸਮਝਾਉਣ ਦੇ ਵਿੱਚ ਤੁਹਾਡੇ ਕੋਲ ਸਮਝਾ ਹੋ ਰਿਹਾ ਪੇਰੈਂਟਸ ਨੂੰ, ਕੀ ਡਿਫਰੈਂਸ ਕਿੱਥੇ ਆ ਰਿਹਾ? ਡਿਫਰੈਂਸ ਇੱਥੇ ਆ ਰਿਹਾ ਕਿ ਉਹ ਟੋਟਲ ਫੀਸ ਜਿਹੜੀ ਹੈ, ਮੈਂ PTM ਵੀ ਲਈ ਸੀਗੀ, PTM ਦੇ ਵਿੱਚ ਮੈਂ ਹਰ ਇੱਕ ਨੂੰ ਦੱਸਿਆ ਸੀ ਕਿ ਤੁਹਾਡੀ ਫਸਟ ਸਟੈਂਡਰਡ ਤੋਂ ਲੈ ਕੇ 8ਵੀਂ ਤੱਕ ਮੈਂ ਇੱਕ ਕਲਾਸ ਦੀ ਅਲੱਗ-ਅਲੱਗ PTM ਲਈ ਸੀ। ਉਹਦੇ ਵਿੱਚ ਮੈਂ ਉਹਨਾਂ ਨੂੰ ਸਮਝਾ ਦਿੱਤਾ ਸੀ ਕਿ ਆਹ ਤੁਹਾਡੀ ਫੀਸ ਮੰਥਲੀ ਬਣਦੀ ਹੈ, ਇਹ ਤੁਹਾਡੀ ਟੋਟਲ ਫੀਸ ਦੀਆਂ 12 ਇੰਸਟਾਲਮੈਂਟਸ ਅਸੀਂ ਕਰ ਦਿੱਤੀਆਂ ਨੇ। ਉਹ ਚੀਜ਼ ਉਹਨਾਂ ਨੂੰ ਕਿਉਂ ਨਹੀਂ ਸਮਝ ਆ ਰਹੀ? ਡਜ਼ਨਟ ਮੈਟਰ, ਅਸੀਂ ਐਜੂਕੇਸ਼ਨਿਸਟ ਹਾਂ, ਨਹੀਂ ਇੱਕ ਵਾਰੀ ਅਸੀਂ ਟੀਚਰਸ ਨੂੰ ਵੀ ਇਹੀ ਕਹਿੰਦੇ, ਜੇ ਬੱਚਿਆਂ ਨੂੰ ਨਹੀਂ ਸਮਝ ਆਉਂਦਾ 2 ਵਾਰ ਸਮਝਾ ਦਿਓ, 3 ਵਾਰੀ ਸਮਝਾ ਦਿਓ, 4 ਵਾਰੀ ਸਮਝਾ ਦਿਓ, 5 ਵਾਰੀ ਸਮਝਾ ਦਿਓ, ਸਮਝਾਈ ਜਾਓ ਜਦ ਤੱਕ ਉਹਨਾਂ ਨੂੰ ਸਮਝ ਨਹੀਂ ਆਉਂਦੀ। ਸਮਝਣ ਲਈ ਆਉਣ, ਮੈਂ ਫਿਰ ਸਮਝਾ ਦੂੰਗੀ, ਨੋ ਪ੍ਰੋਬਲਮ, ਬਟ ਉਹਦਾ ਤਰੀਕਾ ਹੁੰਦਾ ਹੈ। ਆਪਾਂ ਨੇ ਇੱਕ ਜੰਗ ਜਿੱਦਾਂ ਹੈਗੀ ਹੈ ਉਸ ਤਰੀਕੇ ਨਾਲ ਨਹੀਂ ਆਪਾਂ ਨੇ ਅੰਦਰ ਵੜਨਾ ਕਿ ਅਸੀਂ ਜੰਗ ਜਿੱਤਣੀ ਹੈ। ਦਿਸ ਇਜ਼ ਨੋ ਜੰਗ, ਇਟ ਇਜ਼ ਅ ਵੈਰੀ ਸਿੰਪਲ ਥਿੰਗ। ਵੀ ਆਰ ਪ੍ਰੋਵਾਈਡਿੰਗ ਸਰਵਿਸਿਜ਼, ਯੂ ਹੈਵ ਟੂ ਪੇ ਫॉर द ਸਰਵਿਸਿਜ਼, ਐਜ਼ ਸਿੰਪਲ ਐਜ਼ ਦੈਟ। ਇਹ 'ਚ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ ਹੈ। ਉਹਨਾਂ ਦਾ ਵੀ ਬੱਚੇ ਪੜ੍ਹਾਉਣੇ, ਅਸੀਂ ਵੀ ਬੱਚੇ ਪੜ੍ਹਾਉਣੇ ਆ। ਸਾਡਾ ਕਾਮਨ ਹੀ ਏਜੰਡਾ ਹੈ ਬੱਚਿਆਂ ਨੂੰ ਅੱਗੇ ਵਧਾਉਣਾ, ਔਰ ਕੋਵਿਡ ਵਿੱਚ ਉਹਨਾਂ ਦੀ ਪੜ੍ਹਾਈ ਜਿਹੜੀ ਹੈ ਉਹਦੇ ਵਿੱਚ ਕੋਈ ਰੁਕਾਵਟ ਨਾ ਆਵੇ, ਉਹਨਾਂ ਦਾ ਸਾਲ ਬਰਬਾਦ ਨਾ ਹੋਵੇ। ਸਾਡਾ ਏਜੰਡਾ ਇੰਨਾ ਕੀ ਹੈ। ਮੈਡਮ ਕੱਲ ਸਕੂਲ ਬੰਦ ਸੀ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਉਹਨਾਂ ਦਾ ਆਰੋਪ ਹੈਗਾ ਕਿ ਕੱਲ ਸਕੂਲ ਦੇ ਜਿਹੜੇ ਮੈਨੇਜਮੈਂਟ ਆ ਉਹਨਾਂ ਨੂੰ ਅਸੀਂ ਮਿਲਣਾ ਸੀਗਾ, ਉਹਨਾਂ ਨੂੰ ਪਤਾ ਸੀ, ਮਗਰ ਜਦੋਂ ਅਸੀਂ ਆਏ ਤਾਂ ਗੇਟ ਨੂੰ ਤਾਲੇ ਲੱਗੇ ਮਿਲ। ਐਗਜ਼ੈਕਟਲੀ, ਬਿਲਕੁਲ ਠੀਕ ਹੈ। ਉਹਦੇ ਵਿੱਚ ਮੇਰੇ ਕੋਲ ਇੱਕ ਵੀਡੀਓ ਆਈ ਹੋਈ ਹੈ, ਉਹ ਮੈਂ ਤੁਹਾਨੂੰ ਬਾਅਦ 'ਚ ਦੱਸਦੀ ਹਾਂ ਵੀਡੀਓ ਕੀ ਆਈ ਹੋਈ ਹੈ। ਪਹਿਲੀ ਗੱਲ ਤਾਂ ਅਸੀਂ ਹਰ ਸਾਲ ਐਵਰੀ ਈਅਰ ਪਿਛਲੇ 10 ਸਾਲਾਂ ਤੋਂ ਜਦੋਂ ਵੀ ਅਸੀਂ ਐਨੂਅਲ PTM ਕਰਦੇ ਹਾਂ, ਮੀਨਸ ਐਨੂਅਲ ਰਿਜ਼ਲਟ ਸਕੂਲ ਦਾ ਡਿਕਲੇਅਰ ਕਰਦੇ ਹਾਂ, ਉਸ ਤੋਂ ਬਾਅਦ 3-4 ਦਿਨ ਸਕੂਲ ਬੰਦ ਰਹਿੰਦਾ। ਦੈਟ ਇਜ਼ ਐਨ ਆਫ ਫॉर द ਸਟਾਫ। ਬੱਚਿਆਂ ਦਾ ਤਾਂ ਉਦੋਂ ਹੀ ਆਫ ਹੋ ਜਾਂਦਾ ਜਦੋਂ ਉਹਨਾਂ ਦੇ ਪੇਪਰ ਖਤਮ, ਉਹਨਾਂ ਦੀ ਤਾਂ ਛੁੱਟੀਆਂ ਹੋ ਗਈਆਂ, ਪਰ ਸਟਾਫ ਫਿਰ ਵੀ ਕੰਮ ਤੇ ਲੱਗਿਆ ਹੁੰਦਾ, ਸਟਾਫ ਫਿਰ ਵੀ ਸਕੂਲ ਆਈ ਜਾਂਦਾ, ਰਿਜ਼ਲਟ ਬਣਾਉਣੇ ਹੁੰਦੇ ਆ, ਰਿਪੋਰਟ ਕਾਰਡਸ ਕਰਨੀਆਂ ਹੁੰਦੀਆਂ, ਕਿੰਨਾ ਕੰਮ ਹੁੰਦਾ। ਸਟਾਫ ਦਾ ਕੰਮ ਉਦੋਂ ਖਤਮ ਹੁੰਦਾ ਜਦੋਂ PTM ਹੁੰਦੀ ਹੈ। ਸਾਡੀ 6 ਤਰੀਕ ਨੂੰ ਲਾਸਟ PTM ਸੀਗੀ। ਉਸ ਤੋਂ ਬਾਅਦ ਇਸ ਬਾਰ ਸੈਕਿੰਡ ਸੈਟਰਡੇ ਸੰਡੇ ਦੀ ਤਾਂ ਵੈਸੇ ਹੀ ਛੁੱਟੀ ਆਉਣੀ ਸੀ।
ਤੇ ਮੈਂ ਸਟਾਫ ਨੂੰ 7 8 9 ਦੀ ਛੁੱਟੀ ਦੇ ਦਿੱਤੀ ਵੀ ਤੁਸੀਂ ਵੀ ਥੋੜਾ ਜਿਹਾ ਰਿਲੈਕਸ ਕਰੋ, ਘਰ ਜਾਓ, ਸੋਮਵਾਰ ਨੂੰ ਸਕੂਲ ਆਓ। ਸਰਕਾਰ ਨੇ ਵੈਸੇ 10 ਤਰੀਕ ਤੱਕ ਤਾਂ ਛੁੱਟੀਆਂ ਕੀਤੀਆਂ ਹੀ ਹੋਈਆਂ ਨੇ ਬੱਚਿਆਂ ਦੀਆਂ, ਹੋ ਸਕਦਾ 8 ਤਰੀਕ ਨੂੰ ਕੈਪਟਨ ਸਾਹਿਬ ਨਾਲ ਜਿਹੜੀ ਹੁਣ 30 ਤਰੀਕ ਤੱਕ ਹੋ ਗਈਆਂ, ਕੱਲ ਉਹਨਾਂ ਨੇ ਕਿਹਾ ਕਿ 30 ਤਰੀਕ ਤੱਕ, ਬਟ ਉਦੋਂ ਸਾਨੂੰ ਨਹੀਂ ਸੀ ਪਤਾ ਕਿ 30 ਤਰੀਕ ਤੱਕ ਹੋਣਾ। ਉਦੋਂ ਅਸੀਂ ਵੇਟ ਕਰ ਰਹੇ ਸੀ ਕਿ 8 ਤਰੀਕ ਨੂੰ ਜੋ ਵੀ ਫੈਸਲਾ ਹੋਏਗਾ ਅਸੀਂ ਉਹਦੇ ਅਕੋਰਡਿੰਗਲੀ ਚੱਲਾਂਗੇ। ਸੋ ਮੈਂ ਤਾਂ 6 ਨੂੰ ਹੀ ਬੰਦ ਕਰ ਦਿੱਤਾ, ਟੀਚਰਸ ਹੀ ਸਿਰਫ ਆ ਰਹੇ ਸੀ ਸਕੂਲ 'ਚ, ਬੱਚੇ ਨਹੀਂ ਸੀ ਆ ਰਹੇ। ਸੋ ਟੀਚਰਸ ਨੂੰ ਛੁੱਟੀ ਦੇ ਦਿੱਤੀ ਤੇ 7 8 ਹੁਣ ਜੇ ਤਾਂ 7 ਤਰੀਕ ਨੂੰ ਸਾਨੂੰ ਪੇਰੈਂਟਸ ਨੇ ਕਿਹਾ ਹੁੰਦਾ ਸੀ ਤੁਹਾਨੂੰ ਮਿਲਣ ਆਉਣਾ ਜੀ, ਅਸੀਂ ਸਕੂਲ ਆਉਣਾ ਆ, ਫਿਰ ਤਾਂ ਮੈਂ ਰੁਕ ਜਾਂਦੀ, ਮੈਨੂੰ ਕੀ ਪ੍ਰੋਬਲਮ, ਅੱਜ ਵੀ ਤਾਂ ਮੈਂ ਆਈ ਹਾਂ, ਅੱਜ 8 ਤਰੀਕ ਹੈ। ਹੁਣ ਕੱਲ ਵੀ ਮੈਂ ਪੇਰੈਂਟਸ ਨੂੰ ਬੁਲਾ ਲਿਆ ਕਿ 9 ਤਰੀਕ ਨੂੰ ਮੈਨੂੰ ਆ ਕੇ ਮਿਲ ਜਾਓ, ਮੈਂ ਫਿਰ ਸਮਝਾ ਦੂੰਗੀ ਜਿਹੜੀ ਚੀਜ਼ ਤੁਹਾਨੂੰ ਸਮਝਾ ਰਹੀ ਹਾਂ, ਨੋ ਪ੍ਰੋਬਲਮ। ਬਟ ਮੈਨੂੰ ਜਿਹੜੀ ਵੀਡੀਓ ਮਿਲੀ ਹੈ, ਉਹ ਵੀਡੀਓ ਤੁਸੀਂ ਵੀ ਸਾਰੇ ਦੇਖ ਸਕਦੇ ਹੋ, ਉਹਦੇ ਵਿੱਚ ਇਹੀ ਕਹਿ ਰਿਹਾ ਹੈ, ਜਦੋਂ ਮੈਂ ਉਹਨਾਂ ਨੂੰ ਅੰਦਰ ਕਿਹਾ ਕਿ ਮੈਨੂੰ ਆਪਣੇ ਆਪਣੇ ਨਾਮ ਲਿਖਾ ਦਿਓ ਜਿਨ੍ਹਾਂ ਨੂੰ ਕੰਸੈਸ਼ਨ ਚਾਹੀਦਾ ਆ, ਜਿਹੜੇ ਐਨੂਅਲ ਫੀਸ ਨਹੀਂ ਦੇ ਸਕਦੇ, ਮੈਂ ਕੰਸੀਡਰ ਕਰੂੰਗੀ, ਉਹ ਉੱਠ ਕੇ ਚਲੇ ਗਏ। ਉਹ ਕਹਿੰਦੇ ਅਸੀਂ ਜੀ ਸਲਾਹ ਕਰਾਂਗੇ ਸਾਰੇ ਜਣੇ, ਫਿਰ ਅਸੀਂ ਤੁਹਾਨੂੰ ਦੱਸਾਂਗੇ ਸਲਾਹ ਕਰਕੇ। ਉਹਨਾਂ ਨੇ ਮੈਨੂੰ ਇਹ ਨਹੀਂ ਕਿਹਾ ਕਿ ਕਿਹੜੀ ਤਰੀਕ ਨੂੰ ਸਲਾਹ ਕਰਾਂਗੇ, ਕਦੋਂ ਮੈਨੂੰ ਦੱਸਣਗੇ, ਦੇ ਡਿਡ ਨਾਟ ਟੈਲ। ਉਹ ਸਕੂਲ ਤੋਂ ਬਾਹਰ ਚਲੇ ਗਏ। ਹੁਣ ਸਕੂਲ ਤੋਂ ਬਾਹਰ ਜਾ ਕੇ ਜਦੋਂ ਬਾਹਰ ਜਾ ਕੇ ਕੋਈ ਮੀਟਿੰਗ ਕਰਦੇ ਆ, ਮੈਨੂੰ ਕੀ ਪਤਾ ਉਹ ਕੀ ਕਰ ਰਹੇ ਕੀ ਨਹੀਂ, ਮੈਨੂੰ ਤਾਂ ਉਹੀ ਪਤਾ ਲੱਗੇਗਾ ਨਾ ਜੋ ਮੈਨੂੰ ਵੀਡੀਓ ਤੇ ਆ ਗਿਆ। ਉਹ ਵੀਡੀਓ ਫਿਰ ਭੇਜ ਦਿੱਤੀ, ਵੀਡੀਓ ਵਿੱਚ ਸੀਗਾ ਕਿ ਅਸੀਂ 7 ਤਰੀਕ ਨੂੰ ਰੁੜ ਕੇ ਮਿਲਣਾ ਆ। ਤੁਸੀਂ ਵੀ ਦੇਖ ਲਓ, ਉਹਦੇ ਵਿੱਚ ਰੁੜਕਾ ਮੈਂਸ਼ਨਡ ਹੈ, ਉਹਦੇ ਵਿੱਚ STS ਵਰਡ ਸਕੂਲ ਕਿਤੇ ਵੀ ਮੈਂਸ਼ਨ ਨਹੀਂ ਹੈ। ਹੁਣ ਰੁੜਕਾ ਮਿਲਣਾ ਜਾਂ ਹਾਂਜੀ ਨਾ, ਨੋ ਨਾਟ ਐਟ ਆਲ, ਨਾਟ ਐਟ ਆਲ, ਨਾਟ ਐਟ ਆਲ। 15 ਤਾਰੀਖ ਦਾ ਟਾਈਮ ਦਿੱਤਾ ਹੋਇਆ ਹੈ। 15 ਤਰੀਕ ਤੋਂ ਲੈ ਕੇ 22 ਤਰੀਕ ਤੱਕ ਆਈ ਹੈਵ ਆਫੀਸ਼ੀਅਲ ਵਰਕ, ਆਈ ਐਮ ਨਾਟ ਅਵੇਲੇਬਲ। ਮੈਂ 15 ਤਰੀਕ ਤੱਕ ਅਵੇਲੇਬਲ ਹਾਂ, ਮੈਂ ਅੱਜ ਵੀ ਅਵੇਲੇਬਲ ਹੈ, ਕੱਲ ਵੀ ਅਵੇਲੇਬਲ ਹੈ। ਜੇ ਕਿਸੇ ਨੇ ਸੈਟਰਡੇ ਨੂੰ ਆਉਣਾ ਹੈ, ਸੈਕਿੰਡ ਸੈਟਰਡੇ ਨੂੰ ਵੀ ਮੈਂ ਸਕੂਲ ਖੋਲ ਕੇ ਅਵੇਲੇਬਲ ਹੈ। ਪਹਿਲੀ ਗੱਲ ਤਾਂ ਇੰਨਾ ਲੰਬਾ ਚੌੜਾ ਕੰਮ ਹੈ ਨਹੀਂਗਾ। ਜਿਹੜੇ ਪੇਰੈਂਟਸ ਕੱਲ੍ਹ ਆਉਣਗੇ, ਜੇ ਤੁਸੀਂ ਆਹ 1 ਮਿੰਟ 'ਚ ਸਾਰਿਆਂ ਨੇ ਗੱਲ ਸਮਝ ਲਈ ਹੈਗੀ ਆ, 1 2 3 4 5 6 7 8 9 10 11 12 13 ਜਣੇ ਇੱਥੇ ਬੈਠੇ ਨੇ ਪ੍ਰੈਸ ਰਿਪੋਰਟਰ, ਜੇ ਤੁਹਾਨੂੰ ਇਹ ਗੱਲ 1 ਮਿੰਟ ਸਮਝ ਆ ਗਈ ਕਿ ਫੀਸ ਸਟਰਕਚਰ ਜਿਹੜਾ ਹੈ ਮੈਂ ਸਿਰਫ 80 ਰੁਪਏ ਤੋਂ ਲੈ ਕੇ 262 ਰੁਪਏ ਤੱਕ ਕੀਤਾ, ਤੇ ਤੁਹਾਨੂੰ ਘੰਟੇ ਦੇ ਵਿੱਚ ਗੱਲ ਸਮਝ ਆ ਗਈ ਹੈ, ਹੋ ਸਕਦਾ 15 ਮਿੰਟ 'ਚ ਪਹਿਲੇ ਸਮਝ ਆ ਗਈ ਸੀ, ਤੇ ਉਹਨਾਂ ਨੂੰ ਵੀ ਇਹ ਕੋਈ ਬਹੁਤੀ ਲੰਬੀ ਚੌੜੀ ਗੱਲ ਨਹੀਂ, ਘੰਟੇ ਦਾ ਕੰਮ ਹੈਗਾ, ਘੰਟੇ ਸਮਝ ਆ ਜਾਏਗੀ, ਰਾਈਟ। ਕੱਲ ਨੂੰ ਆ ਜਾਣ, ਮੈਨੂੰ ਮਿਲਣ, ਬਟ ਅਗੇਨ ਗਰੁੱਪਬਾਜ਼ੀ 'ਚ ਨਹੀਂ। ਜਿਹੜੇ 5 ਉਹਨਾਂ ਦੇ ਲੀਡਰ ਹੈਗੇ ਨੇ, ਜਿਹੜੇ ਉਹਨਾਂ ਦੇ ਨੁਮਾਇੰਦੇ ਹੈਗੇ, ਉਹ ਆਣ, ਮੈਂ ਉਹਨਾਂ ਨੂੰ ਸਮਝਾ ਦੂੰਗੀ, ਉਹ ਬਾਕੀਆਂ ਨੂੰ ਸਾਰਿਆਂ ਨੂੰ ਸਮਝਾ ਦੇਣ। ਅਗਰ 15 ਤਰੀਕ ਨੂੰ ਆਉਂਦੇ ਆ, ਤੁਸੀਂ ਮਿਲੋਗੇ ਜੀ 15 ਨੂੰ? 15 ਨੂੰ ਮੈਂ ਸਵੇਰੇ ਅਵੇਲੇਬਲ ਹੈਗੀ ਆ, ਬਟ ਟਿਲ 10 o'clock, ਆਫਟਰ ਦੈਟ ਆਈ ਐਮ ਨਾਟ ਅਵੇਲੇਬਲ। ਉਹਨਾਂ ਦੇ ਕਹਿਣਾ ਕਿ ਆਪਾਂ ਸਕੂਲ ਦੇ ਅੰਦਰ ਗੱਲਬਾਤ ਨਹੀਂ ਕਰਾਂਗੇ, ਬਾਹਰ ਗੇਟ ਦੇ ਉੱਤੇ ਗੱਲਬਾਤ ਕਰਾਂਗੇ ਮੈਨੇਜਮੈਂਟ ਨਾਲ। ਅੰਦਰ ਨਹੀਂ ਆਉਣਾ ਕਿ ਜਿਹੜੇ ਕਿਉਂ? ਅਸੀਂ ਕੋਈ ਚੋਰ ਆ, ਅਸੀਂ ਕੋਈ ਡਾਕੂ ਆ, ਜਾਂ ਅਸੀਂ ਉਹਨਾਂ ਨੂੰ ਸੇਫਟੀ ਨਹੀਂ ਮਹਿਸੂਸ ਹੁੰਦੀ? ਪਲੀਜ਼, ਵੀ ਆਰ ਵੈਰੀ ਪੀਸ ਲਵਿੰਗ ਪੀਪਲ, ਐਵਰੀਥਿੰਗ ਵਿਲ ਬੀ ਪੀਸਫੁਲ। ਅਸੀਂ ਉਹਨਾਂ ਨੂੰ ਕੁਝ ਨਹੀਂ ਕਰਨਾ। ਤੁਹਾਡੇ ਸਾਹਮਣੇ ਮੈਂ ਡੰਕੇ ਦੀ ਚੋਟ ਤੇ ਕਹਿੰਦੀ, ਜੇ ਇੱਕ ਨੂੰ ਵੀ ਖਰੋਚ ਆ ਗਈ, ਨਥਿੰਗ ਵਿਲ ਹੈਪਨ। ਵੀ ਆਰ ਵੈਰੀ ਵੈਰੀ ਪੀਸ ਲਵਿੰਗ ਪੀਪਲ। ਮੈਡਮ ਤੁਸੀਂ ਕਿਹਾ ਕੁਝ ਬੱਚੇ ਜਿਹੜੇ ਐਨੂਅਲ ਫੀਸ ਨਹੀਂ ਦੇ ਸਕਦੇ ਆ, ਉਹਨਾਂ ਨੇ ਕੰਸੈਸ਼ਨ ਵੀ ਜਾਂ ਕਿੱਦਾਂ ਦੇਖੋਗੇ ਕਿਹੜੇ ਬੱਚੇ? ਉਹ ਕ੍ਰਾਈਟੇਰੀਆ ਸਾਡਾ ਆਪਣਾ, ਅਸੀਂ ਆਪਣੀ ਵੈਰੀਫਾਈ ਕਰਾਂਗੇ, ਅਸੀਂ ਉਹਨਾਂ ਤੋਂ ਕੁਝ ਡਾਕੂਮੈਂਟਸ ਮੰਗਾਂਗੇ, ਅਸੀਂ ਉਹਨਾਂ ਦੇ ਪਰਸਨਲ ਵੈਰੀਫਿਕੇਸ਼ਨ ਵੀ ਕਰ ਸਕਦੇ ਹਾਂ। ਉਹ ਸਾਡੇ ਜਿਹੜੇ ਅਲੱਗ-ਅਲੱਗ ਤਰੀਕੇ ਹੈਗੇ, ਬਿਕੋਜ਼ ਵੀ ਵਾਂਟ ਟੂ ਸੀ ਦ ਜੈਨੂਇਨ ਕੇਸਿਸ। ਜੈਨੂਇਨ ਕੇਸਿਸ ਨੂੰ ਇਹ ਮਿਲਣ, ਇਹ ਨਹੀਂ ਹੈ ਕਿ ਜੇ ਕੰਸੈਸ਼ਨ ਮਿਲ ਰਿਹਾ ਹੈ ਤੇ ਸਾਰੇ ਜਣੇ ਕਹਿਣ ਜੀ ਹੁਣ ਕੰਸੈਸ਼ਨ ਮਿਲਿਆ, ਅਸੀਂ ਵੀ ਐਪਲੀਕੇਸ਼ਨ ਲਿਖ ਦਿਓ। ਇਹ ਕੋਈ ਸਰਕਾਰੀ ਸਕੂਲ ਨਹੀਂ ਹੈ। ਵੀ ਡੋਂਟ ਗੈਟ ਐਨੀ ਏਡ ਫਰੋਮ ਦ ਗਵਰਨਮੈਂਟ। ਅਸੀਂ ਸੈਲਫ ਸਸਟੇਨਿੰਗ ਹੈ, ਜਿੰਨੇ ਸਾਨੂੰ ਪੈਸੇ ਆਉਂਦੇ ਆ ਉਹਨਾਂ ਵਿੱਚ ਅਸੀਂ ਖਰਚ ਕਰਕੇ ਉਹਦੇ ਵਿੱਚ ਅਸੀਂ ਬਹੁਤ ਸਾਰੇ ਕੰਸੈਸ਼ਨਸ ਦਿੰਦੇ ਹਾਂ। ਅਸੀਂ ਕਈ ਬੱਚਿਆਂ ਨੂੰ 50% ਮਿਲਦਾ ਹੈ, ਕਈਆਂ ਨੂੰ 25 ਮਿਲਦਾ ਹੈ, ਕਈਆਂ ਨੂੰ ਟੀਚਰ ਕੰਸੈਸ਼ਨ ਮਿਲਦਾ ਹੈ, ਕਈਆਂ ਨੂੰ ਸਕਾਲਰਸ਼ਿਪਸ ਮਿਲਦੀਆਂ ਨੇ, ਕਈਆਂ ਨੂੰ ਫੁੱਲ ਫੀ ਕੰਸੈਸ਼ਨ ਔਨ ਦ ਬੇਸਿਸ ਆਫ ਇਕਨੋਮਿਕ ਮਤਲਬ ਇਕਨੋਮਿਕਸ ਕਹਿ ਲਓ, ਜਾਂ ਦੇ ਆਰ ਨਾਟ ਏਬਲ ਟੂ, ਉਹਨਾਂ ਦੀ ਇਕਨੋਮਿਕ ਕੰਡੀਸ਼ਨ ਕਰਕੇ ਬਹੁਤ ਸਾਰੇ ਕੰਸੈਸ਼ਨ ਅਸੀਂ ਦਿੰਦੇ ਹਾਂ। ਕਈ 100 ਬੱਚਿਆਂ ਨੂੰ ਅਸੀਂ ਕੰਸੈਸ਼ਨ ਦਿੰਦੇ ਹਾਂ, ਐਸੀ ਕੋਈ ਗੱਲ ਨਹੀਂ ਹੈ। ਬਟ ਦ ਥਿੰਗ ਇਜ਼ ਜੈਨੂਇਨ ਕੇਸਿਸ। ਮੈਮ ਇੱਕ ਉਹਨਾਂ ਨੇ ਪੇਰੈਂਟਸ ਦਾ ਐਲੀਗੇਸ਼ਨ ਸੀਗਾ ਕਿ ਮੈਡਮ ਦਾ ਜਿਹੜਾ ਰਵੱਈਆ ਹੈ ਸਾਡੇ ਪ੍ਰਤੀ ਰੂਡਲੀ ਬੋਲਦੇ ਆ, ਪਲੱਸ ਕਹਿੰਦੇ ਆ ਤੁਸੀਂ ਅਨਪੜ੍ਹ ਆ, ਇਦਾਂ ਦੇ ਐਲੀਗੇਸ਼ਨ ਉਹਨਾਂ ਨੇ ਕੱਲ੍ਹ ਲਾਏ। ਮੈਂ ਕਰ ਸਕਦੀ ਹਾਂ, ਮੈਂ ਅਨਪੜ੍ਹਤਾ ਨੂੰ ਤਾਂ ਖਤਮ ਕਰਨ ਲਈ ਆ ਸਕੂਲ ਬਣਾਇਆ ਆ, ਇਦਾਂ ਦੀ ਗੱਲ ਮੈਂ ਕਰ ਸਕਦੀ ਹਾਂ? ਦਿਸ ਇਜ਼ ਟੋਟਲੀ ਰੋਂਗ, ਆਈ ਕੈਨੋਟ ਸੇ ਦੈਟ। ਮੈਂ ਤਾਂ ਸਕੂਲ ਇਲਾਕੇ 'ਚ ਅਨਪੜ੍ਹਤਾ ਨੂੰ ਤਾਂ ਖਤਮ ਕਰਨੀ, ਜੇ ਮੈਂ ਬਾਰ-ਬਾਰ ਕਹੀ ਜਾਊਂਗੀ ਤੁਸੀਂ ਅਨਪੜ੍ਹ, ਫਿਰ ਮੇਰਾ ਰੋਲ ਕੀ ਰਹਿ ਗਿਆ? ਫਿਰ ਤਾਂ ਮੈਂ ਫੇਲ ਹੋ ਗਈ ਨਾ। ਪੇਰੈਂਟਸ ਦਾ ਐਲੀਗੇਸ਼ਨ ਸੀਗਾ। ਪੇਰੈਂਟਸ ਤਾਂ ਬਹੁਤ ਸਾਰੇ ਐਲੀਗੇਸ਼ਨਸ ਲਾ ਰਹੇ ਨੇ, ਬਟ ਉਹਦੇ ਵਿੱਚ ਕਿੰਨੇ ਜੈਨੂਇਨ ਨੇ, ਕਿੰਨੇ ਇਹ ਮੈਂ ਨਹੀਂ ਕਹਿ ਸਕਦੀ ਕਿ ਤੁਸੀਂ ਅਨਪੜ੍ਹ ਹੋ, ਤੁਸੀਂ ਗਵਾਰ ਹੋ, ਤੁਹਾਨੂੰ ਅਕਲ। ਹਾਊ ਕੈਨ ਐਨ ਐਜੂਕੇਟਿਡ ਪਰਸਨ ਸੇ ਦੈਟ? ਇਟ ਇਜ਼ ਨਾਟ ਪੋਸੀਬਲ। ਇੱਕ ਉਹ ਗੱਲ ਸੀ ਕਿ ਇਸ ਵਾਰ ਜਿਹੜਾ ਸੈਸ਼ਨ ਹੈ ਇਹਦੇ ਵਿੱਚ ਆਨਲਾਈਨ ਜਿਹੜੀ ਕਲਾਸਿਸ ਲੱਗਣੀਆਂ, ਉਹਦੇ ਵਿੱਚ ਵੀ ਕਹਿੰਦੇ ਇਸ ਵਾਰ ਕਿਹਾ ਗਿਆ ਕਿ ਡਰੈਸ ਪਾ ਕੇ ਜਿਹੜੇ ਸਟੂਡੈਂਟ ਹੈ ਉਹ ਆਨਲਾਈਨ ਕਲਾਸਿਸ ਲਾਉਣਗੇ। ਯੈਸ, ਡਰੈਸ ਪਾਉਣ ਦਾ ਮਤਲਬ ਹੁੰਦਾ ਕਿ ਬੱਚੇ ਪਤਾ ਕੀ ਕਰਦੇ ਨੇ, ਪਿਛਲੇ ਸਾਲ ਅਸੀਂ ਦੇਖਿਆ ਬੈੱਡ ਤੇ ਲੰਮੇ ਪਏ ਨੇ, ਐਂ ਕਰਕੇ ਕਰ ਰਹੇ ਨੇ ਕੋਈ। ਦੈਟ ਇਜ਼ ਨਾਟ ਐਜੂਕੇਸ਼ਨ। ਇੱਕ ਐਜੂਕੇਸ਼ਨ ਦਾ ਵੀ ਇੱਕ ਦੇਰ ਇਜ਼ ਅ ਡਿਕੋਰਮ।
ਅਸੀਂ ਘਰ ਵਿੱਚ ਵੀ ਆਪਣੇ ਕਮਰਿਆਂ ਵਿੱਚ ਐਜ਼ ਟੀਚਰਸ ਆਲਦੋ ਜੇ ਮੈਂ ਮੀਟਿੰਗ ਵੀ ਲੈਣੀ ਦੇਰ ਇਜ਼ ਅ ਪ੍ਰੋਪਰ ਟੇਬਲ ਜਿਹਦੇ ਉੱਪਰ ਲੈਪਟਾਪ ਰੱਖਿਆ ਜਾਂਦਾ ਦੇਰ ਇਜ਼ ਅ ਪ੍ਰੋਪਰ ਚੇਅਰ। ਸਾਰਿਆਂ ਨੇ ਇਸ ਤਰ੍ਹਾਂ ਹੀ ਕੀਤਾ ਹੋਇਆ ਹੈ, ਰਾਈਟ। ਤੇ ਜੇ ਬੱਚਿਆਂ ਨੇ ਵੀ ਪੜ੍ਹਾਈ ਘਰ 'ਚ ਵੀ ਲੈਣੀ, ਥੋੜ੍ਹਾ ਜਿਹਾ ਮਾਹੌਲ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ, ਥੋੜ੍ਹਾ ਜਿਹਾ ਫੀਲ ਸਕੂਲ ਦੀ ਫੀਲ 'ਚ ਆਉਣਾ ਬਹੁਤ ਜ਼ਰੂਰੀ ਹੈ। ਬੱਚੇ ਐਟਲੀਸਟ ਜੇ ਤਿਆਰ ਹੋਣਗੇ ਨਹਾ ਧੋ ਕੇ ਥੋੜ੍ਹੇ ਜਿਹੇ ਐਕਟਿਵ ਹੋ ਜਾਣਗੇ, ਉਹਦੇ ਲਈ ਐਟਲੀਸਟ ਅੱਧਾ ਪੌਣਾ ਘੰਟਾ ਤਾਂ ਪਹਿਲਾਂ ਉੱਠਣਗੇ। ਜੇ ਸਪੋਜ਼ਿੰਗ ਉਹਨਾਂ ਦੀ 10 ਵਜੇ ਕਲਾਸ ਹੈ, ਉਹ ਸੁੱਤੇ ਪਏ ਅੱਖਾਂ ਮਲਦੇ 10 ਵਜੇ ਉੱਠ ਕੇ ਲੈਪਟਾਪ ਫੜ ਲੈਂਦੇ ਨੇ, ਅੱਧੇ ਸੁੱਤੇ ਪਏ ਹੁੰਦੇ, ਅੱਧੇ ਜਾਗਦੇ ਹੁੰਦੇ, ਨਾਈਟ ਸੂਟ ਪਾਇਆ ਹੁੰਦਾ, ਬੈੱਡ 'ਤੇ ਲੰਮੇ ਪਏ ਹੁੰਦੇ, ਪਿੱਛੇ ਸਰਾਣਾ ਹੁੰਦਾ। ਦੈਟ ਇਜ਼ ਨਾਟ ਐਜੂਕੇਸ਼ਨ, that is not standard. The child has to get up in the morning, brush his teeth, take bath, wear clean clothes and preferably school dress and sit and ਬੱਚੇ ਨੂੰ ਆਪਣਾ ਲੈਪਟਾਪ ਟੇਬਲ ਐਂਡ ਆਪਣੀ ਕੁਰਸੀ ਤਿਆਰ ਰੱਖਣੀ ਚਾਹੀਦੀ ਹੈ ਬਿਲਕੁਲ ਸਕੂਲ ਮੋਡ 'ਚ ਆ ਕੇ। ਜੇ ਐਂਡ ਉਸ ਟਾਈਮ ਤੋਂ ਪਹਿਲਾਂ ਬੱਚਾ ਰੈਡੀ ਹੋਣਾ ਚਾਹੀਦਾ। ਤਾਂ ਵੀਡੀਓ ਸ਼ੁੱਡ ਬੀ ਔਨ। ਬੱਚੇ ਵੀਡੀਓਜ਼ ਔਨ ਹੀ ਨਹੀਂ ਕਰਦੇ, ਵੀਡੀਓ ਔਨ ਨਹੀਂ ਕਰਦੇ ਕਿ ਕਿਸੇ ਨੂੰ ਪਤਾ ਹੀ ਨਾ ਲੱਗੇ ਵੀ ਅਸੀਂ ਸਕੂਲ ਡਰੈਸ ਪਾਈ ਹੈ ਕਿ ਨਹੀਂ ਪਾਈ। ਜੇ ਸਕੂਲ ਡਰੈਸ ਪਾ ਕੇ ਵੀਡੀਓ ਥੋੜ੍ਹੀ ਦੇਰ ਔਨ ਕਰਦੇ, ਬਾਅਦ 'ਚ ਆਫ ਕਰ ਦਿੰਦੇ ਨੇ, ਇੱਧਰ ਉੱਧਰ ਦੌੜਨ ਭੱਜਣ ਲੱਗ ਜਾਂਦੇ, ਉਹ ਕਿਹਨੇ ਦੇਖਣਾ? ਉਹ ਅਸੀਂ ਦੇਖਣਾ। ਕਿਹਦੀ ਰਿਸਪੌਂਸਿਬਿਲਿਟੀ ਹੈ? ਘਰ ਵਿੱਚ ਤਾਂ ਇੱਕ ਟੀਚਰ ਨਹੀਂ ਜਾ ਸਕਦਾ ਨਾ, ਕਿਹਦੀ ਰਿਸਪੌਂਸਿਬਿਲਿਟੀ ਹੈ? ਉਹ ਬੰਦਾ ਵੀ ਤਾਂ ਰਿਸਪੌਂਸਿਬਲ ਐਕਟ ਕਰੇ। ਹੁਣ ਪੇਰੈਂਟਸ ਦੀ ਰਿਸਪੌਂਸਿਬਿਲਿਟੀ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ ਕਿ ਅੱਗੇ ਤਾਂ ਤੁਹਾਡੀ ਪੇਰੈਂਟਸ ਦੀ ਰਿਸਪੌਂਸਿਬਿਲਿਟੀ ਅਸੀਂ 6-7 ਘੰਟੇ ਰੱਖੀ ਹੋਈ ਸੀਗੀ, ਤੇ ਹੁਣ ਫਿਰ ਇਹਦੇ ਉੱਪਰ ਫਿਰ ਪੇਰੈਂਟਸ ਕਹਿ ਦਿੰਦੇ ਨੇ ਜੀ ਜੇ ਸਾਡੀ ਰਿਸਪੌਂਸਿਬਿਲਿਟੀ ਨਹੀਂ ਫਿਰ ਅਸੀਂ ਫੀਸ ਕਾਹਦੀ ਦੇਣੀ ਹੈ। ਪਰ ਜਿਹੜੀ ਉਹ ਇੱਕ ਵੀਡੀਓ ਬਣਾਉਣੀ ਹੁੰਦੀ ਹੈ ਨਾ, ਜੇ ਸਪੋਜ਼ਿੰਗ 3 ਮਿੰਟ ਦੀ ਵੀਡੀਓ ਬਣਾਉਣੀ ਹੁੰਦੀ ਹੈ, ਉਹਨੂੰ ਕਿੰਨੀ ਵਾਰ ਐਡਿਟ ਕਰਨਾ ਪੈਂਦਾ, ਕਿੰਨੀ ਵਾਰ ਰਿਸਰਚ ਕਰਨਾ ਪੈਂਦਾ, ਕਿੰਨਾ ਮੈਟਰ ਲੈਣਾ ਪੈਂਦਾ, ਉਹ 'ਚ 3 ਦਿਨ ਲੱਗ ਜਾਂਦੇ ਨੇ। ਟੀਚਰਾਂ ਦਾ ਕੰਮ ਵਧਿਆ ਆ, ਘਟਿਆ ਨਹੀਂ। ਤਾਂ ਮੈਂ ਪੇਰੈਂਟਸ ਤੋਂ ਕੋਈ ਜ਼ਿਆਦਾ ਪੈਸੇ ਨਹੀਂ ਮੰਗ ਰਹੀ ਕਿ ਹੁਣ ਟੀਚਰ ਦਾ ਕੰਮ ਵੱਧ ਗਿਆ ਆ। ਤਾਂ ਜੀ ਸਕੂਲ 'ਚ ਪੜ੍ਹਾਉਣਾ ਤਾਂ ਬਹੁਤ ਸੌਖਾ ਆ, ਕਿਤਾਬਾਂ ਹੁੰਦੀਆਂ ਨੇ, ਕਿਤਾਬਾਂ 'ਚੋਂ ਪੜ੍ਹਾ ਦਿਓ। ਵੀਡੀਓਜ਼ ਬਣਾਉਣੇ ਕੋਈ ਸੌਖੇ ਥੋੜ੍ਹੀ ਹੈ, PPTs ਬਣਾਉਣੇ ਕੋਈ ਸੌਖੇ ਥੋੜ੍ਹੀ ਹੈ। ਕਿੰਨਾ ਟਾਈਮ ਵੇਸਟ ਹੁੰਦਾ, ਜੇ ਤੁਸੀਂ ਬਣਾਏ ਹੋਏ ਨੇ ਤਾਂ ਤੁਹਾਨੂੰ ਪਤਾ ਹੋਏਗਾ। ਇਟ ਇਜ਼ ਨਾਟ ਈਜ਼ੀ। ਜੇ ਟੀਚਰਸ ਦਾ ਕੰਮ ਡਬਲ ਹੋ ਗਿਆ, ਪੇਰੈਂਟਸ ਨੂੰ ਡਬਲ ਫੀਸ ਦੇਣੀ ਚਾਹੀਦੀ ਹੈ। ਵੇਅਰਐਜ਼ ਅਸੀਂ ਤਾਂ ਜਾਇਜ਼ ਹੀ ਮੰਗ ਰਹੇ ਹਾਂ, ਉਹ ਜਾਇਜ਼ ਵੀ ਨਹੀਂ ਦੇ ਰਹੇ। ਦਿਸ ਇਜ਼ ਆਈ ਡੋਂਟ ਨੋ ਵਾਟ ਟੂ ਸੇ। ਟੀਚਰਾਂ ਦਾ ਵੀ ਸਾਰਿਆਂ ਦਾ ਵੱਧ ਗਿਆ, ਟੀਚਰਸ ਦਾ ਵੀ ਡਬਲ ਹੋ ਗਿਆ ਹੈ। ਪਰ ਆਪਾਂ ਦੇਖਦੇ ਹਾਂ ਜਿਹੜਾ ਪੇਰੈਂਟਸ ਦਾ ਤੇ ਜਿਹੜੇ ਸਕੂਲ ਦਾ ਜਿਹੜਾ ਪ੍ਰਸ਼ਾਸਨ ਹੈ, ਇਹਦੇ ਵਿੱਚ ਜਿਹੜਾ ਕਮਿਊਨੀਕੇਸ਼ਨ ਗੈਪ ਆ। ਕਿਉਂਕਿ ਆਪਾਂ ਲਾਸਟ ਈਅਰ ਵੀ ਦੇਖਿਆ ਸੀ ਇਹੀ ਪ੍ਰੋਸੈਸ ਜਿਹੜਾ ਸੀਗਾ ਐਜੂਕੇਸ਼ਨ ਦਾ ਆਪਾਂ ਨੂੰ ਦੇਖਣ ਨੂੰ ਮਿਲਿਆ ਸੀਗਾ। ਇਸ ਸਾਲ ਫੇਰ ਆ। ਇਹਨੂੰ ਅਗਾਂਹ ਵਾਸਤੇ ਰੋਕਣ ਵਾਸਤੇ ਜਿਹੜਾ ਗੈਪ ਹੈ ਰੋਕਣ ਵਾਸਤੇ ਕੀ ਸਕੂਲ ਪ੍ਰਸ਼ਾਸਨ ਤੁਹਾਡਾ ਕੋਈ ਕਦਮ ਚੁੱਕੂਗਾ ਇਹਨੂੰ? ਯੈਸ, ਅਗਾਂਹ ਵਾਸਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ। ਉਹ ਅਸੀਂ ਹੌਲੀ ਹੌਲੀ ਲਾਗੂ ਕਰ ਰਹੇ ਹਾਂ। ਔਰ ਜਿਹੜਾ ਕਮਿਊਨੀਕੇਸ਼ਨ ਗੈਪ ਦਾ ਸਵਾਲ ਹੈਗਾ ਆ, ਉਹ ਇਸ ਵਾਰ ਮੈਂ 1 to 8 ਪਹਿਲੀ ਵਾਰ ਪੇਰੈਂਟਸ ਨਾਲ ਮੀਟਿੰਗਸ ਕੀਤੀਆਂ ਨੇ। ਇੱਕ ਟਾਈਮ 'ਤੇ 70 ਪੇਰੈਂਟਸ, ਇੱਕ ਟਾਈਮ 'ਤੇ 80 ਪੇਰੈਂਟਸ ਔਨ ਦ ਡਿਜੀਟਲ ਪਲੇਟਫਾਰਮ, ਵਿਚ ਆਈ ਹੈਡ ਨਾਟ ਡਨ। ਦਿਸ ਵਿਲ ਬੀ ਡਨ ਮੋਰ ਆਫਨ ਇਨ ਦ ਕਮਿੰਗ ਟਾਈਮਸ। ਹੋ ਸਕਦਾ ਮਹੀਨੇ ਬਾਅਦ ਮਿਲੀਏ, ਹੋ ਸਕਦਾ 2 ਮਹੀਨੇ ਬਾਅਦ ਮਿਲੀਏ। ਉਹਦੇ ਵਿੱਚ ਦੇਰ ਇਜ਼ ਚੈਟ ਆਪਸ਼ਨ। ਜਿਹੜੇ ਪੇਰੈਂਟ ਨੂੰ ਕੋਈ ਪ੍ਰੋਬਲਮ ਹੈਗੀ ਹੈ, ਉਹ ਚੈਟ ਆਪਸ਼ਨ 'ਚ ਪਾ ਕੇ ਕੁਐਸਚਨਸ ਨਾਲ ਦੀ ਨਾਲ ਪੁੱਛ ਸਕਦਾ। ਬਿਕੋਜ਼ ਜਦੋਂ ਵੀ ਮੈਂ ਓਰੀਐਂਟੇਸ਼ਨ ਲੈਂਦੀ ਹਾਂ ਜਾਂ ਕੋਈ ਪੇਰੈਂਟਸ ਨੂੰ ਮੈਸੇਜ ਦਿੰਦੀ ਹਾਂ, ਉਸ ਤੋਂ ਬਾਅਦ ਆਈ ਆਲਵੇਜ਼ ਵੇਟ ਕਿ ਹੁਣ ਤੁਹਾਨੂੰ ਜਿਹੜੀਆਂ ਕੁਐਰੀਜ਼ Q&A ਸੈਸ਼ਨ ਜਿਹੜਾ ਹੈਗਾ, ਹੁਣ ਤੁਸੀਂ ਐਟ ਦ ਐਂਡ ਆਫ ਦ ਸੈਸ਼ਨ ਤੁਸੀਂ ਆਪਣੇ ਕੁਐਸਚਨ ਪੁੱਛੋ ਤਾਂ ਮੈਂ ਉਹਨਾਂ ਦੇ ਜਵਾਬ ਦਊਂਗੀ। ਮੈਡਮ ਪੇਰੈਂਟਸ ਨੇ ਕੱਲ੍ਹ ਜਿੰਨੇ ਵੀ ਸੀਗੇ ਲਗਭਗ ਆਏ ਸੀ, ਉਹਨਾਂ ਨਾਲ ਗੱਲਬਾਤ ਜਦੋਂ ਕਰ ਰਿਹਾ ਸੀ ਤਾਂ ਉਹਨਾਂ ਨੇ ਤੁਹਾਡਾ ਐਜੂਕੇਸ਼ਨ ਸਿਸਟਮ ਹੈ, ਜਿਹੜਾ ਪੜ੍ਹਾਈ ਦਾ ਸਟਰਕਚਰ ਆ, ਉਹਦੇ ਤੋਂ ਸਾਰੇ ਸੰਤੁਸ਼ਟ ਹੈਗੇ। ਉਹ ਤੋਂ ਸੰਤੁਸ਼ਟ ਹੈ, ਸ਼ੁਕਰ ਹੈ ਰੱਬ ਦਾ। ਸਾਡਾ ਮਕਸਦ ਇਹੀ ਹੈ ਕਿ ਪੜ੍ਹਾਈ ਤੋਂ ਸਾਡੇ ਸੰਤੁਸ਼ਟ ਰਹਿਣ। ਬਾਕੀ ਜਿਹੜੀਆਂ ਗੱਲਾਂ ਨੇ ਉਹ ਅਸੀਂ ਮਿਲ ਕੇ ਬੈਠ ਕੇ ਵੀ ਵਿਲ ਫਾਈਂਡ ਅ ਸੋਲੂਸ਼ਨ। ਮੈਮ ਜਿਹੜਾ ਮੇਨ ਹੈਗਾ ਉਹ ਕਮਿਊਨੀਕੇਸ਼ਨ ਗੈਪ ਜਿਹੜਾ ਜ਼ਿਆਦਾ ਕਿ ਜੋ ਤੁਸੀਂ ਫੀਸ ਸਟਰਕਚਰ ਦੱਸ ਰਹੇ ਆ, ਉਹ ਲਗਭਗ ਲਾਸਟ ਈਅਰ ਨਾਲ ਥੋੜ੍ਹਾ ਜਿਹਾ ਗੌਰਮੈਂਟ ਦੇ ਅਕੋਰਡਿੰਗ ਆਪਾਂ ਨੂੰ ਲੱਗ ਰਿਹਾ ਹੈ ਨਾ ਜੋ ਹੈਗਾ। ਪਰ ਜਿਹੜਾ ਕਮਿਊਨੀਕੇਸ਼ਨ ਗੈਪ ਆ ਜਾਂ ਇਹ ਮਿਸਅੰਡਰਸਟੈਂਡਿੰਗ, ਇਹਨੂੰ ਦੂਰ ਕਰਨ ਵਾਸਤੇ ਜਿੱਦਾਂ ਹੁਣ ਉਹਨੇ ਟਾਈਮ ਦਿੱਤਾ 15 ਅਪ੍ਰੈਲ ਦਾ, ਕੱਲ੍ਹ ਨੂੰ ਹੀ ਆਉਣ, ਕੱਲ੍ਹ ਨੂੰ ਆਉਣ। ਕੱਲ੍ਹ ਦਾ ਟਾਈਮ ਨਹੀਂ ਹੈ, ਪਰਸੋਂ ਨੂੰ ਆਉਣ। ਮੈਨੂੰ ਦੱਸ ਦੇਣ ਕਿ ਕਿਸ ਦਿਨ ਆਉਣਾ। ਜਿੱਦਾਂ ਵੀਡੀਓ ਹੈਗੀ, ਵੀਡੀਓ ਭੇਜ ਦੇਣ ਕਿ ਮੈਡਮ ਕੱਲ੍ਹ ਸਾਡੇ ਕੋਲ ਟਾਈਮ ਨਹੀਂ, ਅਸੀਂ ਪਰਸੋਂ ਆ ਜਾਵਾਂਗੇ। ਟਮੋਰੋ ਇਜ਼ ਫਰਾਈਡੇ ਨਹੀਂ ਆ ਸਕਦੇ, ਸੈਟਰਡੇ ਆ ਜਾਣ। ਸੈਟਰਡੇ ਨਹੀਂ ਆ ਸਕਦੇ, ਮੰਡੇ ਆ ਜਾਣ। ਮੰਡੇ ਨੂੰ 12 ਤਰੀਕ ਹੈ, ਮੰਡੇ ਨਹੀਂ ਆ ਸਕਦੇ, ਟਿਊਜ਼ਡੇ ਆ ਜਾਣ, 13 ਤਰੀਕ ਹੈ। ਟਿਊਜ਼ਡੇ ਨਹੀਂ ਆ ਸਕਦੇ, ਵੈਡਨਸਡੇ ਆ ਜਾਣ, 14 ਤਰੀਕ ਹੈ। ਮੈਂ 5 ਦਿਨਾਂ ਦਾ ਆਪਸ਼ਨ ਦੇ ਦਿੱਤਾ ਹੈ, ਜਿਹੜਾ ਮਰਜ਼ੀ ਦਿਨ ਚੂਜ਼ ਕਰਨ, ਆਈ ਐਮ ਰੈਡੀ। ਮੈਂ ਬੈਠੀ ਇਸ ਕਰਕੇ ਆ ਕਲੈਰੀਫਾਈ ਕਰਨ ਲਈ